घर ਦੇ ਵਿੱਚ ਸਾਰੇ ਮੈਂਬਰ ਹੈਗੇ। ਬਸ ਜਦੋਂ ਇੱਥੋਂ ਨਾ ਵੇਖਿਆ ਡੈਡੀ ਆਉਂਦਾ ਸੀ ਇੱਥੇ ਮੰਡ 'ਚ, ਬਾਅਦ 'ਚ ਇੱਥੋਂ ਜਦੋਂ ਕਮਰੇ ਕੁਮਰੇ ਢਹਿ ਗਏ ਸਾਰੇ ਹੀ, ਕਮਰੇ ਢਾਹ ਕੇ ਇੱਟਾਂ ਪਛਾਂ ਸੁੱਟੀਆਂ ਸੀ। ਚੱਲ ਬਾਅਦ 'ਚ ਪਾਲਾਂਗੇ ਕੋਠੇ ਕਾਠੇ, ਉਹ ਫੇਰ ਦਰਿਆ ਹੀ ਚਲ ਗਈਆਂ। ਪੰਜਾਬ ਦੀ ਧਰਤੀ ਦੇ ਉੱਤੇ ਹੜ੍ਹ ਆਇਆ ਔਰ ਅਚਾਨਕ ਅਜਿਹਾ ਹੜ੍ਹ ਆਇਆ ਜਿਹਨੇ ਪੰਜਾਬ ਦੇ ਬਹੁਤ ਸਾਰੇ ਪਿੰਡਾਂ ਦੇ ਵਿੱਚੋਂ ਘਰਾਂ ਦੇ ਘਰ, ਜ਼ਮੀਨਾਂ, ਪਸ਼ੂ ਡੰਗਰ ਸਭ ਕੁਝ ਰੋੜ ਕੇ ਪੰਜਾਬ ਦੇ ਬਹੁਤ ਸਾਰੇ ਲੋਕਾਂ ਨੂੰ ਫਿਰ ਜ਼ੀਰੋ ਤੇ ਲਿਆ ਕੇ ਖੜੇ ਕਰ ਦਿੱਤਾ ਸੀ। ਤੇ ਬਾਅਦ ਡੈਡੀ ਆਇਆ ਇੱਥੇ ਵੇਖ ਕੇ ਉਹਨੂੰ ਟੈਨਸ਼ਨ ਜਿਹੀ ਲੱਗ ਗਿਆ, ਪਿੰਡ ਜਾ ਕੇ ਫਾਹ ਲੈ ਲਿਆ ਉਹਨੇ। ਅੱਛਾ। ਹਾਂਜੀ। ਤੇ ਪੈਲੀ ਤੇ ਰਹੀ ਨਹੀਂ, ਉੱਕੀ ਪੈਲੀ ਸਾਰੀ ਦਰਿਆ ਚਲ ਗਈ। ਕੁਝ ਪਰਿਵਾਰਾਂ ਦੇ ਤੁਸੀਂ ਘਰ ਦੇਖੇ ਆ ਔਰ ਘਰਾਂ ਦੀ ਹਾਲਤ ਦੇਖੀ ਆ, ਔਰ ਇੱਕ ਹੋਰ ਇਨਸਾਨ ਆ ਜਿਹਦੇ ਨਾਲ ਮੈਂ ਬੈਠੀ ਹੋਈ ਆ। ਖਾਲੀ ਜਗ੍ਹਾ ਤੇ ਇਸ ਲਈ ਬੈਠੀ ਹੋਈ ਆ ਕਿਉਂਕਿ ਉਹਦਾ ਘਰ ਹੀ ਨਹੀਂ ਆ। ਇੱਧਰ ਤਾਂ ਮੈਡਮ ਜੀ ਬਚੀ ਨਹੀਂ ਪੈਲੀ, ਬਾਹਰ ਸਰਪੰਚ ਆ, ਉਹ ਡੈਡੀ ਨਾਲ ਵਾਹਵਾ ਦੀ ਸਾਂਝ ਜੀ, ਉਹਨੇ ਛੱਡੀ 3-4 ਕਿੱਲੇ ਪੈਲੀ, ਬਾਕੀ ਇਹ ਸਾਰੀ ਦਰਿਆ ਜੀ ਵਗੰਦੀ ਇੱਦਾਂ ਝੱਲ ਹੋਇਆ ਪਿਆ, ਸੜਕੜਾ ਹੋਇਆ ਪਿਆ ਵਿੱਚ। ਘਰ ਰੁੜ ਗਿਆ ਔਰ ਉਸ ਪਰਿਵਾਰ ਨੂੰ ਇੱਕੋ ਇੱਕ ਸਦਮਾ ਹੈ ਕਿ ਘਰ ਤਾਂ ਰੁੜ ਗਿਆ, ਇੱਟਾਂ ਵੀ ਨਹੀਂ ਲੱਭੀਆਂ। ਤੇ ਬਾਅਦ 'ਚ ਜਦੋਂ ਆਇਆ ਪਾਣੀ, ਉਦੋਂ ਘਰ ਢਹਿ ਗਿਆ। ਇੱਥੋਂ ਸਾਰਾ ਸਮਾਨ ਵੀ ਅਸੀਂ ਇੱਥੋਂ ਕੋਈ ਮੰਜਾ ਨਹੀਂ ਚੁੱਕ ਕੇ ਖੜਿਆ, ਮੰਜੇ ਵੀ ਦਰਿਆ 'ਚ ਚਲ ਗਏ ਹਿਸਾਬ ਲਓ। 30-40 ਹਜ਼ਾਰ ਇੱਟ ਸੀ, ਉਹੀ ਮਿਲ ਜਾਂਦੀ ਤੇ ਉਹਨਾਂ ਨੇ ਸੋਚਿਆ ਕਿ ਕੁਝ ਸਿਰ ਢੱਕਣ ਜੋਗਾ ਅਸੀਂ ਆਪਣੇ ਸਿਰ ਦੇ ਉੱਤੇ ਖੜਾ ਕਰ ਲੈਂਦੇ। ਤੇ ਉੱਥੇ ਉਹ ਲੱਖ ਰੁਪਏ ਦਿੱਤਾ, ਇੱਦਾਂ ਬਾਅਦ ਦਿਹਾੜੀ ਧੱਪਾ ਕਰਕੇ ਕਮਾ ਕੇ ਪੈਸੇ 2 ਕੋਠੇ ਪਾਏ ਉਹਦੇ ਵਿੱਚ। ਹੁਣ 2 ਕੋਠੇ ਆ ਉੱਥੇ ਪਿੰਡ ਦੇ ਵਿੱਚ, ਉਹਦੇ ਵਿੱਚ ਰਹਿਣ ਨੇ, ਉਹ ਵੀ ਕੋਈ ਪਤਾ ਨਹੀਂ ਭਲ ਕੇ ਛਡਾ ਲੈਣ ਆ ਗਏ ਕਿਸੇ ਦਾ ਥਾਂ, ਤੁਹਾਨੂੰ ਪਤਾ ਹੀ, ਉਹਦੇ ਅਗਲੇ ਨੇ ਆਖਣਾ ਛੱਡ ਹੀ ਦਿਓ। ਚਲੋ ਵਧੀਆ ਟਾਈਮ ਜਿਹੜੀ ਬਚੀ ਨਹੀਂ ਪੈਲੀ, ਜਿਹੜੀ ਹੁਣ ਕਿਸੇ ਨੇ ਦਿੱਤੀ ਉਹ ਤੇ ਨਾਲ ਟਾਈਮ ਪਾਸ ਕਰਨੇ, ਇਹ ਵੀ ਨਾ ਕੱਲ੍ਹ ਨੂੰ ਖੁਸ਼ ਜੇ ਜਿੱਦਾਂ ਸਰਕਾਰ ਨੇ ਹੁਣ ਐਲਾਨ ਕਰਦੇ। ਅਜੇ ਤੱਕ ਤਾਂ ਕੋਈ ਨਹੀਂ ਹੈਗੀ ਆਸ ਮੈਡਮ ਜੀ। ਅੱਛਾ। ਹਾਂਜੀ, ਨਾ ਉਦੋਂ ਪਹਿਲੇ ਹੀ, ਚਲੋ ਹੁਣ ਮੰਤਰੀ ਬਦਲ ਗਏ, ਚਲੋ ਬਦਲ ਗਿਆ ਸਮਾਂ ਹੀ, ਪਰ ਆਸ ਨਹੀਂ ਕੋਈ ਵੀ ਹੈਗੀ ਇਹਨਾਂ ਤੋਂ ਅਜੇ। ਸਤਿ ਸ਼੍ਰੀ ਅਕਾਲ, ਔਨ ਏਅਰ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਰਮਨ ਤੂਰ। ਕਪੂਰਥਲਾ ਜ਼ਿਲ੍ਹੇ ਦੇ ਪਿੰਡ ਰਾਮਪੁਰ ਗੌਰਾਂ ਦੇ ਵਿੱਚ ਮੌਜੂਦ ਹਾਂ ਔਰ ਯਾਦ ਹੋਊਗਾ ਕਿ ਪੰਜਾਬੀਆਂ ਦੇ ਸਿਰ ਪੈਣ ਵਾਲੇ ਇਮਤਿਹਾਨਾਂ ਦੇ ਵਿੱਚ 2019 ਦੇ ਵਿੱਚ ਅਗਸਤ ਦੇ ਵਿੱਚ ਇੱਕ ਹੋਰ ਇਮਤਿਹਾਨ ਪਿਆ ਸੀ। ਪੰਜਾਬ ਦੀ ਧਰਤੀ ਦੇ ਉੱਤੇ ਹੜ੍ਹ ਆਇਆ ਔਰ ਅਚਾਨਕ ਅਜਿਹਾ ਹੜ੍ਹ ਆਇਆ ਜਿਹਨੇ ਪੰਜਾਬ ਦੇ ਬਹੁਤ ਸਾਰੇ ਪਿੰਡਾਂ ਦੇ ਵਿੱਚੋਂ ਘਰਾਂ ਦੇ ਘਰ, ਜ਼ਮੀਨਾਂ, ਪਸ਼ੂ ਡੰਗਰ ਸਭ ਕੁਝ ਰੋੜ ਕੇ ਪੰਜਾਬ ਦੇ ਬਹੁਤ ਸਾਰੇ ਲੋਕਾਂ ਨੂੰ ਫਿਰ ਜ਼ੀਰੋ ਤੇ ਲਿਆ ਕੇ ਖੜੇ ਕਰ ਦਿੱਤਾ ਸੀ। ਉਹਨਾਂ ਦੇ ਵਿੱਚੋਂ ਕੁਝ ਪਰਿਵਾਰ ਇੱਥੇ ਕਪੂਰਥਲਾ ਜ਼ਿਲ੍ਹੇ ਦੇ ਵਿੱਚ ਮੌਜੂਦ ਨੇ, ਜਿਨ੍ਹਾਂ ਨੂੰ ਅਸੀਂ ਔਨ ਏਅਰ ਦੀ ਟੀਮ ਆ ਕੇ ਮਿਲੀ ਆ, ਔਰ ਉਹਨਾਂ ਦੇ ਵਿੱਚੋਂ ਕੁਝ ਪਰਿਵਾਰਾਂ ਦੇ ਤੁਸੀਂ ਘਰ ਦੇਖੇ ਆ ਔਰ ਘਰਾਂ ਦੀ ਹਾਲਤ ਦੇਖੀ ਆ, ਔਰ ਇੱਕ ਹੋਰ ਇਨਸਾਨ ਆ ਜਿਹਦੇ ਨਾਲ ਮੈਂ ਬੈਠੀ ਹੋਈ ਆ। ਖਾਲੀ ਜਗ੍ਹਾ ਤੇ ਇਸ ਲਈ ਬੈਠੀ ਹੋਈ ਆ ਕਿਉਂਕਿ ਉਹਦਾ ਘਰ ਹੀ ਨਹੀਂ ਆ। ਘਰ ਰੁੜ ਗਿਆ ਔਰ ਉਸ ਪਰਿਵਾਰ ਨੂੰ ਇੱਕੋ ਇੱਕ ਸਦਮਾ ਹੈ ਕਿ ਘਰ ਤਾਂ ਰੁੜ ਗਿਆ, ਇੱਟਾਂ ਵੀ ਨਹੀਂ ਲੱਭੀਆਂ। 30-40 ਹਜ਼ਾਰ ਇੱਟ ਸੀ, ਉਹੀ ਮਿਲ ਜਾਂਦੀ ਤੇ ਉਹਨਾਂ ਨੇ ਸੋਚਿਆ ਕਿ ਕੁਝ ਸਿਰ ਢੱਕਣ ਜੋਗਾ ਅਸੀਂ ਆਪਣੇ ਸਿਰ ਦੇ ਉੱਤੇ ਖੜਾ ਕਰ ਲੈਂਦੇ। ਇਹ ਹਾਲਾਤ ਬਣੇ, 2 ਸਾਲ ਬੀਤ ਚੁੱਕੇ ਨੇ, ਹੜ੍ਹ ਆਏ ਤੇ ਚਲੇ ਗਏ, ਸਰਕਾਰਾਂ ਆ ਰਹੀਆਂ ਨੇ, ਬਦਲ ਰਹੀਆਂ ਨੇ ਔਰ ਨਵੇਂ-ਨਵੇਂ ਨੁਕਤਿਆਂ ਦੇ ਨਾਲ ਲੋਕਾਂ ਨੂੰ ਭਰਮਾ ਰਹੀਆਂ ਨੇ, ਪਰ ਇਹ ਉਹ ਲੋਕ ਨੇ ਜਿਹੜੇ 2 ਸਾਲ ਪਹਿਲਾਂ ਜਿੱਥੇ ਖੜੇ ਸੀ ਉੱਥੇ ਦੇ ਉੱਥੇ ਖੜੇ ਹੋਏ ਆ। ਇਹ ਮੇਰੇ ਨਾਲ ਜਿਹੜੇ ਇੱਕ ਵੀਰ ਜੀ ਬੈਠੇ ਹੋਏ ਨੇ, ਉਹਨਾਂ ਦੇ ਨਾਲ ਗੱਲ ਕਰਦੇ ਆ। ਔਰ ਸਭ ਤੋਂ ਵੱਡੀ ਤਰਾਸਦੀ ਕਿ ਇਹਨਾਂ ਦੇ ਪਸ਼ੂ ਡੰਗਰ ਵੀ ਹੜ੍ਹ ਦੇ ਵਿੱਚ ਰੁੜ ਗਏ, ਘਰ ਚਲਾ ਗਿਆ। ਇਹ ਕਹਿ ਰਹੇ ਨੇ ਕਿ ਇਹਨਾਂ ਨੂੰ ਇੱਟਾਂ ਤੱਕ ਨਹੀਂ ਜਿਹੜੀਆਂ ਵਾਪਸ ਬਚੀਆਂ ਕਿ ਜਿਹਦੇ ਨਾਲ ਕੁਝ ਘਰ ਦੀ ਛੱਤ ਖੜੀ ਕਰ ਲੈਂਦੇ। ਔਰ ਸਦਮੇ ਦੇ ਨਾਲ ਬਾਪ ਦੀ ਜਿਹੜੀ ਆ ਮੌਤ ਹੋਈ ਆ, ਔਰ ਇਸੇ ਸਦਮੇ ਦੇ ਨਾਲ ਭਰਾ ਨੇ ਵੀ ਘਰ ਦੇ ਵਿੱਚ ਜਾ ਕੇ ਫਾਹਾ ਲੈ ਲਿਆ ਕਿ ਬਚਿਆ ਕੁਝ ਨਹੀਂ ਆ, ਹੁਣ ਜ਼ਿੰਦਗੀ ਗੁਜ਼ਾਰਨੀ ਕਿਵੇਂ ਆ। ਉਹਨਾਂ ਦਾ ਦਰਦ ਬਹੁਤ ਵੱਡਾ, ਉਹਨਾਂ ਦੀ ਤਕਲੀਫ ਬਹੁਤ ਵੱਡੀ ਆ, ਔਰ ਗੱਲ ਕਰਦੇ ਆ ਔਰ ਸਮਝਣ ਦੀ ਕੋਸ਼ਿਸ਼ ਕਰਦੇ ਆ ਕਿ ਰਹਿ ਕਿੱਥੇ ਰਹੇ ਆ ਔਰ ਹੁਣ ਹਾਲਾਤ ਕਿੱਦਾਂ ਦੇ, ਜਦੋਂ ਕਿ 2 ਸਾਲ ਬੀਤ ਗਏ ਆ ਔਰ ਸਰਕਾਰਾਂ ਨੇ ਕਿਹਾ ਸੀ ਕਿ ਅਸੀਂ ਇਹਨਾਂ ਚੀਜ਼ਾਂ ਦੇ ਵੱਲ ਧਿਆਨ ਦਿੱਤਾ ਔਰ ਉਹਨਾਂ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰਨ ਦੀ ਕੋਸ਼ਿਸ਼ ਕਰਦੇ ਆ। ਸਤਿ ਸ਼੍ਰੀ ਅਕਾਲ ਵੀਰੇ, ਪਹਿਲਾਂ ਆਪਣਾ ਨਾਮ ਦੱਸ ਦਿਓ। ਲਖਵਿੰਦਰ ਸਿੰਘ ਮੈਡਮ ਜੀ ਨਾਮ। ਅਸੀਂ ਇੱਥੇ ਬੈਠੇ ਹੋਏ ਆ, ਪਿੰਡ ਤੁਹਾਡਾ ਇਹੀ ਆ ਪਰ ਇੱਥੇ ਘਰ ਨਹੀਂ ਆ। ਹਾਂਜੀ, ਮੈਂ ਜਾਣਨਾ ਚਾਹੁੰਦੀ ਹਾਂ ਪੂਰੀ ਕਹਾਣੀ ਕਿ ਕੀ ਹਾਲਾਤ ਸੀ, ਕਿਹੜਾ ਦਿਨ ਸੀ ਜਦੋਂ ਤੁਸੀਂ ਘਰ ਦੇ ਵਿੱਚ ਕੌਣ-ਕੌਣ ਮੌਜੂਦ ਸੀ ਤੇ ਜਦੋਂ ਇਹ ਕਹਿਰ ਢਿਆ। ਘਰ ਦੇ ਵਿੱਚ ਸਾਰੇ ਮੈਂਬਰ ਹੈਗੇ। ਬਸ ਜਦੋਂ ਇੱਥੋਂ ਨਾ ਵੇਖਿਆ ਡੈਡੀ ਆਉਂਦਾ ਸੀ ਇੱਥੇ ਮੰਡ 'ਚ, ਬਾਅਦ 'ਚ ਇੱਥੋਂ ਜਦੋਂ ਕਮਰੇ ਕੁਮਰੇ ਢਹਿ ਗਏ ਸਾਰੇ ਹੀ, ਕਮਰੇ ਢਾਹ ਕੇ ਇੱਟਾਂ ਪਛਾਂ ਸੁੱਟੀਆਂ ਸੀ। ਚੱਲ ਬਾਅਦ 'ਚ ਪਾਲਾਂਗੇ ਕੋਠੇ ਕਾਠੇ, ਉਹ ਫੇਰ ਦਰਿਆ ਹੀ ਚਲ ਗਈਆਂ।
ਤੇ ਬਾਅਦ ਡੈਡੀ ਆਇਆ ਇੱਥੇ ਵੇਖ ਕੇ ਉਹਨੂੰ ਟੈਨਸ਼ਨ ਜਿਹੀ ਲੱਗ ਗਿਆ, ਪਿੰਡ ਜਾ ਕੇ ਪਾ ਲੈ ਲਿਆ ਉਹਨੇ। ਅੱਛਾ, ਹਾਂਜੀ, ਤੇ ਉੱਥੇ ਕਿਸੇ ਦੇ ਥਾਂ ਦੇ ਵਿੱਚ ਰਹਿੰਦੇ ਆ। ਹੁਣ ਜਿਹੜਾ ਤੁਹਾਡਾ ਘਰ ਆ ਉਹ ਕਿਸੇ ਦੇ ਘਰ ਦੇ ਵਿੱਚ ਤੁਸੀਂ ਰਹਿ ਰਹੇ ਹੋ, ਹਾਂਜੀ, ਕਿਸੇ ਕਿਰਾਏ ਦੇ ਉੱਤੇ ਰਹਿ ਰਹੇ ਹੋ? ਨਹੀਂ, ਉਹ ਤਾਂ ਵੈਸੇ ਹੀ ਹੁਣ ਉਹਨਾਂ ਬੰਦੇ ਤਗੜੇ ਸਾਮੀ ਉਹ ਬਾਹਰ ਗਏ ਸੀ, ਉਹਨਾਂ ਨੇ ਥਾਂ ਥੂੰ ਛੱਡਿਆ, ਸਾਨੂੰ ਆਂਦੇ ਕੋਈ ਨਹੀਂ ਰਹੀ ਜਾਓ ਜਿੰਨਾ ਚਿਰ ਹੀ, ਕੋਠੇ ਕਾਠੇ ਤੇ ਇੱਥੇ ਹੀ ਪਾਵਾਂਗੇ ਹੁਣ, ਗਾਂ ਜੇ ਆ ਗਿਆ ਸੂਤਰ ਕੇ ਬੰਨੇ। ਤੇ ਪੈਲੀ ਤੇ ਰਹੀ ਨਹੀਂ, ਉੱਕੀ ਪੈਲੀ ਸਾਰੀ ਦਰਿਆ ਚਲ ਗਈ। ਕਿੰਨੀ ਪੈਲੀ ਸੀਗੀ ਤੁਹਾਡੀ? ਪੈਲੀ ਇੱਥੇ ਹੀ 20-22 ਕਿੱਲੇ ਥਾਂ ਦੇ ਇੱਥੇ, ਤੇ ਕੋਹ ਪਰੇ ਇੱਥੋਂ 2 ਕਿਲੋਮੀਟਰ ਪਰੇ ਕਿਲੋਮੀਟਰ ਕੁ ਪਰੇ ਪੈ ਜਾਂਦੀ ਹੈ ਪੈਲੀ, ਉਹ ਵੀ ਸਾਰੀ ਦਰਿਆ ਰੁੜ ਗਈ। ਹੁਣ ਜਿਹੜੇ ਆ ਬਾਅਦ ਦੇ ਵਿੱਚ ਹਾਲਾਤ 2 ਸਾਲ ਹੋ ਗਏ ਆ, ਸਰਕਾਰ ਨੇ ਕੁਝ ਹਾਲਾਤ ਸਹੀ ਨਹੀਂ ਕੀਤੇ, ਜਾਂ ਜਿਹੜੇ ਜਿਵੇਂ ਬੰਨ ਆਰਜ਼ੀ ਬੰਨ ਜਿਹੜੇ ਲਾਏ ਆ, ਸੰਸੀਚੇਵਾਲ ਜੀ ਨੇ ਵੀ ਕਾਫੀ ਕੰਮ ਕੀਤਾ ਸੀ ਇਸ ਇਲਾਕੇ ਦੇ ਵਿੱਚ, ਉਹ ਬੰਨਾਂ ਤੋਂ ਬਾਅਦ ਕੁਝ ਤਾਂ ਰਕਬਾ ਆਇਆ ਹੋਊਗਾ ਹੱਥ, ਜਿਹਦੇ ਉੱਤੇ ਕੁਝ ਮਾੜੇ ਮੋਟਾ ਤੁਸੀਂ ਨਿਰਵਾਹ ਕਰਨ ਜੋਗਾ ਕੁਝ ਬੀਜ ਸਕੋ? ਇੱਧਰ ਤਾਂ ਮੈਡਮ ਜੀ ਬਚੀ ਨਹੀਂ ਪੈਲੀ, ਬਾਹਰ ਸਰਪੰਚ ਆ, ਉਹ ਡੈਡੀ ਨਾਲ ਵਾਹਵਾ ਦੀ ਸਾਂਝੀ, ਉਹਨੇ ਛੱਡੀ 3-4 ਕਿੱਲੇ ਪੈਲੀ, ਤੇ ਬਾਕੀ ਇਹ ਸਾਰੀ ਦਰਿਆ ਜੀ ਵਗੰਦੀ, ਇੱਦਾਂ ਝੱਲ ਹੋਇਆ ਪਿਆ, ਸੜਕੜਾ ਹੋਇਆ ਪਿਆ ਵਿੱਚ। ਤਰਸ ਦੇ ਆਧਾਰ ਤੇ ਪਿੰਡ ਦੇ ਸਰਪੰਚ ਨੇ ਤੁਹਾਡੇ ਲਈ 3-4 ਕਿੱਲੇ? ਹਾਂ, 3-4 ਕਿੱਲੇ ਛੱਡੀ, ਤੇ ਉਹ ਬਸ ਉਹਨਾਂ ਟਾਈਮ ਪਾਸ ਕਰੀਦਾ। ਬਾਕੀ 2 ਭਰਾ ਛੋਟੇ ਆ, ਉਹ ਦਿਹਾੜੀ ਦਾ ਪਾਈ ਕਰਦੇ ਆ। ਕੀ ਲੱਗਦਾ ਹੈ ਕਿ ਜਦੋਂ ਹੁਣ ਇਹ 2 ਸਾਲ ਪਹਿਲਾਂ ਜਿਹੜੇ ਹੜ੍ਹ ਆਏ ਸੀ, ਉਦੋਂ ਪਹਿਲਾਂ ਕੁਝ ਜਿਹੜਾ ਇਸ ਇਲਾਕੇ ਦੇ ਵਿੱਚ ਸੁਧਾਰ ਹੋ ਗਿਆ ਸੀ, ਹਾਲਾਂਕਿ ਕਿਉਂਕਿ ਦਰਿਆਈ ਏਰੀਏ ਦੇ ਵਿੱਚ ਬਹੁਤੇ ਲੋਕ ਬੈਠੇ ਹੋਏ ਆ, ਗਲੀਆਂ ਨਾਲੀਆਂ ਸੜਕਾਂ ਸੁੜਕਾਂ ਦੇ ਉਹ ਹਾਲਾਤ ਨਹੀਂ ਆ, ਪਰ ਲੱਗਦਾ ਸੀਗਾ ਕਿ 2019 ਦੇ ਹੜ੍ਹ ਤੋਂ ਪਹਿਲਾਂ ਕੁਝ ਹਾਲਾਤ ਸਹੀ ਹੋ ਗਏ ਸੀ, ਜਿਹੜਾ ਵਾਪਸ ਹੁਣ ਤੁਸੀਂ? ਹਾਂਜੀ, ਪਹਿਲੇ ਬਿਲਕੁਲ ਹਾਲਾਤ ਵਧੀਆ ਹੈ, ਸੋਹਣਾ ਗੁਜ਼ਾਰਾ ਚੱਲਦਾ? ਹਾਂ, ਸੋਹਣਾ ਗੁਜ਼ਾਰਾ ਚੱਲਦਾ, ਵਧੀਆ ਟਾਈਮ ਪਾਸ ਹੁੰਦਾ ਸੀ। ਪੈਲੀ ਪੂਲੀ ਚਲੋ ਹੈਗੀ, ਉਦੋਂ ਪੈਲੀ ਬਚੀ ਇੱਥੇ 20-22 ਕਿੱਲੇ ਥਾਂ ਸੀ, ਉਦੋਂ ਵਧੀਆ ਟਾਈਮ ਪਾਸ ਹੋ ਜਾਂਦਾ ਸੀ। ਤੇ ਬਾਅਦ 'ਚ ਜਦੋਂ ਆਇਆ ਪਾਣੀ, ਉਦੋਂ ਘਰ ਢਹਿ ਗਿਆ, ਇੱਥੋਂ ਸਾਰਾ ਸਮਾਨ ਵੀ ਅਸੀਂ ਇੱਥੋਂ ਕੋਈ ਮੰਜਾ ਨਹੀਂ ਚੁੱਕ ਕੇ ਖੜਿਆ, ਮੰਜੇ ਵੀ ਦਰਿਆ 'ਚ ਚਲ ਗਏ ਹਿਸਾਬ ਲਓ, ਕੋਈ ਮਾਸਾ ਜਿੰਨਾ ਸਮਾਨ ਨਹੀਂ ਖੜਿਆ। ਇੱਥੋਂ ਮੱਝਾਂ ਸੀ ਬਾਅਦ 'ਚ 2-3 ਖੜੀਆਂ, ਤੇ ਉਹਨਾਂ ਨੇ ਬਾਅਦ 'ਚ ਕੋਈ ਮੱਝਾਂ ਦਾ ਦੁੱਧ ਤੇ ਗੁਜ਼ਾਰਾ ਚੱਲਦਾ ਹੀ ਤਾਂ। ਵੀਰੇ ਹੁਣ ਸਰਕਾਰਾਂ ਨੇ ਕੋਈ ਉਦੋਂ ਮਦਦ ਕੀਤੀ ਹੋਵੇ, ਕਿਉਂਕਿ ਬਹੁਤ ਸਾਰੇ ਪੈਸਾ ਜਿਹੜਾ ਅਲਾਟ ਹੋਇਆ, ਲੋਕਾਂ ਨੇ ਵੀ ਮਦਦ ਕੀਤੀ, ਬੜੇ ਲੋਕ ਆਉਂਦੇ ਵੀ ਰਹੇ, ਉਦੋਂ ਵੀ ਆਰਜ਼ੀ ਤੌਰ ਤੇ ਜਿਹੜੇ ਆ ਮਦਦ ਆਉਂਦੀ ਰਹੀ ਆ, ਚਾਹੇ ਉਹ ਰੇਤਾ ਦੀਆਂ ਟਰਾਲੀਆਂ ਆਉਂਦੀਆਂ ਰਹੀਆਂ, ਖਾਣਾ ਪੀਣਾ, ਦਵਾਈਆਂ, ਜਿੰਨੀਆਂ ਸੰਸਥਾਵਾਂ ਕਰ ਸਕਦੀਆਂ ਸੀਗੀਆਂ। ਉਸ ਤੋਂ ਬਾਅਦ ਸਰਕਾਰ ਨੇ ਕੁਝ ਤਾਂ ਮਦਦ ਕੀਤੀ ਹੋਊਗੀ, ਕੁਝ ਥੋੜਾ ਬਹੁਤਾ ਪੈਸਾ ਦਿੱਤਾ ਹੋਵੇ? ਰੁਪਈਆ ਦਿੱਤਾ ਸੀ, ਲੱਖ ਕੁ ਰੁਪਈਆ ਦਿੱਤਾ ਸੀ, ਇੰਨੇ ਕੁ ਟਾਈਮ ਪਾਸ। ਉੱਥੇ ਬਾਅਦ 'ਚ ਲਾਗੇ ਥਾਂ ਜੀ, ਉੱਥੇ ਸ਼ੈੱਡ ਛੁੱਡ ਪਾਇਆ ਉਹਨਾਂ ਦੇ ਘਰੇ, ਉਹਨਾਂ ਦਾ ਥਾਂ ਵਿਹਲਾ ਪਿਆ ਸੀ, ਤੇ ਉੱਥੇ ਉਹ ਲੱਖ ਰੁਪਏ ਦਿੱਤਾ। ਇਹਦਾ ਬਾਅਦ ਦਿਹਾੜੀ ਧੱਪਾ ਕਰਕੇ ਕਮਾ ਕੇ ਪੈਸੇ 2 ਕੋਠੇ ਪਾਏ ਉਹਦੇ ਵਿੱਚ, ਹੁਣ 2 ਕੋਠੇ ਆ ਉੱਥੇ ਪਿੰਡ ਦੇ ਵਿੱਚ, ਉਹਦੇ ਵਿੱਚ ਰਹਿਣ, ਉਹ ਵੀ ਕੋਈ ਪਤਾ ਨਹੀਂ ਭਲਕੇ ਛਡਾ ਲੈਣ ਆ ਗਏ ਕਿਸੇ ਦਾ ਥਾਂ, ਤੁਹਾਨੂੰ ਪਤਾ ਹੀ, ਉਹਦੇ ਅਗਲੇ ਨੇ ਆਖਣਾ ਛੱਡ ਹੀ ਦਿਓ। ਹੁਣ ਫਿਰ ਕੀ ਲੱਗਦਾ, ਤੁਸੀਂ ਕੁਝ ਪੜ੍ਹੇ ਲਿਖੇ ਹੈਗੇ ਆ, ਕੋਈ ਪੜ੍ਹਾਈ ਕੀਤੀ ਹੈ? ਹਾਂਜੀ ਮੈਡਮ ਜੀ, ਪੜ੍ਹਾਈ ਕੀਤੀ ਮੈਂ। ਕਿੰਨੇ ਪੜ੍ਹੇ ਹੋਏ? 10 ਪੜ੍ਹਿਆ। ਕੀ ਭਵਿੱਖ ਦੇਖਦੇ ਆ ਹੁਣ? ਸਰਕਾਰ ਨੇ 1 ਲੱਖ ਰੁਪਏ ਦੀ ਮਦਦ ਕੀਤੀ, 2 ਸਾਲ ਬੀਤ ਗਏ ਆ, ਹੁਣ ਸਰਕਾਰ ਦੇ ਵਿੱਚ ਮੁੱਖ ਮੰਤਰੀ ਸਾਹਿਬ ਬਦਲ ਦਿੱਤੇ ਗਏ ਆ, ਆਸ ਹੈਗੀ ਆ ਕੋਈ ਕਿ ਤੁਹਾਡੀ ਮਦਦ ਹੋ ਜੂ, ਜਾਂ ਤੁਹਾਡੀ ਕੋਈ ਗੱਲ ਪਹੁੰਚੂ ਸਰਕਾਰ ਤੱਕ? ਨਹੀਂ, ਅਜੇ ਤੱਕ ਤੇ ਕੋਈ ਆਸ ਨਹੀਂ, ਨਾ ਕਿਸੇ ਨੇ ਸੁਣੀ ਕਿ ਨਹੀਂ, ਨਾ ਕੋਈ ਆਇਆ। ਇੱਥੇ ਆ ਜਾਂਦੇ ਰਹੇ ਕਈ, ਫਿਰ ਇੱਦਾਂ ਗੱਲਬਾਤ ਕਰਕੇ ਚੱਲ ਜਾਂਦੇ, ਕੋਈ ਗੱਲਬਾਤ ਨਹੀਂ, ਕਿਸੇ ਨੇ ਮਦਦ ਨਹੀਂ ਕੀਤੀ ਹੋਰ ਕਿਸੇ ਨੇ। ਬਾਕੀ ਆ ਪਿੰਡ ਪੁੰਡ ਵਾਲਿਆਂ ਬਹੁਤ ਸਾਥ ਦਿੱਤਾ, ਇਹ ਸਾਰੇ ਪਿੰਡ ਵਾਲੇ ਕੋਠੇ ਜਿੱਦਾਂ ਢਵਾ ਕੇ ਇੱਟਾਂ ਉੱਟਾਂ ਪਛਾਂ ਸੁੱਟੀਆਂ, 2-3 ਵਾਰੀ ਚੁੱਕ ਕੇ ਸੁੱਟੀਆਂ ਪਛਾਂ ਸੀ, ਹਾਂ ਬਚ ਜਾਣਗੀਆਂ, ਤੇ ਉਹ ਵੀ ਨਹੀਂ ਬਚੀਆਂ। ਤੂੜੀ ਦਾੜੀ ਜੋ ਪੱਠਾ ਟੱਕਾ ਇਹ ਤੇ ਸਭ ਕੁਝ ਰੁੜ ਗਿਆ ਸੀ। ਹਾਂਜੀ ਵੀਰੇ, ਮੈਂ ਤੁਹਾਡੇ ਕੋਲੋਂ ਇਹ ਸਵਾਲ ਜ਼ਰੂਰ ਪੁੱਛਣਾ ਚਾਹੁੰਦੀ ਹਾਂ, ਨੌਜਵਾਨ ਹੋ ਤੁਸੀਂ, ਥੋੜ੍ਹਾ ਬਹੁਤ ਪੜ੍ਹੇ ਲਿਖੇ ਹੋਏ ਹੋ, ਸਟਰਗਲ ਕਰ ਰਹੇ ਹੋ, ਤੇ ਇਹਨਾਂ ਇੱਦਾਂ ਦੇ ਸੰਘਰਸ਼ ਦੇ ਵਿੱਚ ਬੰਦੇ ਨੂੰ ਆਪਣੇ ਬਹੁਤ ਸਾਰੇ ਚਾਅ ਤਾਂ ਮਾਰਨੇ ਪੈਂਦੇ ਆ। ਇਸ ਵੇਲੇ ਜਦੋਂ ਕਿਸਾਨੀ ਮੋਰਚਾ ਡਟਿਆ ਹੋਇਆ, 1 ਸਾਲ ਹੋ ਗਿਆ ਦਿੱਲੀ ਬੈਠੇ ਲੋਕਾਂ ਨੂੰ, ਆਪਣੀਆਂ ਜ਼ਮੀਨਾਂ ਦੇ ਲਈ ਲੜ ਰਹੇ ਆ, ਤੁਹਾਡੇ ਕੋਲ ਜ਼ਮੀਨ ਨਹੀਂ, ਔਰ ਇੱਥੇ ਮੈਂ ਜਿੰਨੇ ਪਰਿਵਾਰਾਂ ਨੂੰ ਮਿਲੀ ਆ, ਉਹਨਾਂ ਨੇ ਦੱਸਿਆ ਕਿ ਅਸੀਂ ਕਿਸਾਨੀ ਮੋਰਚੇ 'ਚ ਪਹੁੰਚ ਕੀਤੀ, ਅਸੀਂ ਜਾਣਦੇ ਹਾਂ ਉੱਥੇ ਕੁਝ ਬੱਚੇ। ਕਿਸ ਉਮੀਦ ਨਾਲ ਜਾ ਰਹੇ ਹੋ? ਕੀ ਲੱਗਦਾ ਹੈ ਕਿ ਸਰਕਾਰ ਕੁਝ ਤੁਹਾਡੀ ਜਿਵੇਂ ਬੰਨ ਮਾਰੇ ਹੋਏ ਆਰਜ਼ੀ ਤੌਰ ਤੇ ਵੀ ਥੋੜ੍ਹੀ ਬਹੁਤੀ ਦਊਗੀ ਜ਼ਮੀਨ, ਤੇ ਉਹ ਬਚੀ ਰਵੇ ਜਿਹੜੀ ਹਜੇ ਹੈ ਹੀ ਨਹੀਂ ਆ ਕੋਲੇ? ਉਸ ਆਸ ਨਾਲ, ਕਿਸ ਆਸ ਨਾਲ ਜਾਂਦੇ ਹੋ ਦਿੱਲੀ? ਆਸ ਤੇ ਇਹੋ ਹੀ ਜਾਂਦੇ ਆ, ਚਲੋ ਵਧੀਆ ਟਾਈਮ ਜਿਹੜੀ ਬਚੀ ਨਹੀਂ ਪੈਲੀ, ਜਿਹੜੀ ਹੁਣ ਕਿਸੇ ਨੇ ਦਿੱਤੀ, ਉਹ ਤੇ ਨਾਲ ਟਾਈਮ ਪਾਸ ਕਰਨੇ, ਇਹ ਵੀ ਨਾ ਕੱਲ੍ਹ ਨੂੰ ਖੁਸ਼ ਜੇ ਜਿੱਦਾਂ ਸਰਕਾਰ ਨੇ ਹੁਣ ਐਲਾਨ ਕਰਦੇ, ਤੇ ਕੋਈ ਹੁਣ ਸੁਣਦਾ ਕਹਿੰਦਾ ਨਹੀਂ ਹੋਰ ਕੋਈ। ਦੇ ਕੇਂਦਰ ਸਰਕਾਰ ਨੇ ਤਾਂ ਉਸ ਚੀਜ਼ ਦਾ ਜ਼ਿਕਰ ਵੀ ਬਹੁਤ ਘੱਟ ਕੀਤਾ, ਜਾਂ ਕਹਿ ਲਓ ਨਾ ਮਾਤਰ ਕੀਤਾ। ਨੈਸ਼ਨਲ ਮੀਡੀਆ ਦੇ ਵਿੱਚ ਪੰਜਾਬ ਦੇ ਹੜ੍ਹਾਂ ਦਾ ਕਿਤੇ ਜ਼ਿਕਰ ਨਹੀਂ ਆਇਆ। ਔਰ ਪੰਜਾਬ ਸਰਕਾਰ ਤੋਂ ਕਿਵੇਂ ਦੀ ਉਮੀਦ ਕਰਦੇ ਹੋ? ਪੰਜਾਬ ਸਰਕਾਰ ਨੇ ਜਿੰਨਾ ਕੁ ਦਾ ਨਾਅਰਾ ਮਾਰਿਆ ਜਾਂ 1-1 ਲੱਖ ਰੁਪਈਆ ਲੋਕਾਂ ਨੂੰ ਵੰਡਿਆ, ਉਹਦੇ ਤੋਂ ਸੰਤੁਸ਼ਟ ਹੋ, ਜਾਂ ਆਉਣ ਵਾਲੇ ਸਮੇਂ 'ਚ ਕੋਈ ਹੋਰ ਆਸ ਹੈਗੀ ਆ ਜਾਂ ਨਹੀਂ ਹੈਗੀ? ਅਜੇ ਤੱਕ ਤਾਂ ਕੋਈ ਨਹੀਂ ਹੈਗੀ ਆਸ ਮੈਡਮ ਜੀ। ਅੱਛਾ, ਹਾਂਜੀ, ਨਾ ਉਦੋਂ ਪਹਿਲੇ ਹੀ, ਚਲੋ ਹੁਣ ਮੰਤਰੀ ਬਦਲ ਗਏ, ਚਲੋ ਬਦਲ ਗਿਆ ਸਮਾਂ ਅਸੀਂ, ਪਰ ਆਸ ਨਹੀਂ ਕੋਈ ਵੀ ਹੈਗੀ ਇਹਨਾਂ ਤੋਂ ਅਜੇ।
ਕੈਪਟਨ ਅਮਰਿੰਦਰ ਸਾਹਿਬ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਜਿਸ ਤਰੀਕੇ ਦੇ ਨਾਲ ਕੰਮ ਕਰ ਰਹੇ ਆ ਉਹ ਕਾਫੀ ਐਕਟਿਵਲੀ ਹਰ ਇੱਕ ਜਗ੍ਹਾ ਤੇ ਉੱਤੇ ਪਹੁੰਚ ਕਰ ਰਹੇ ਆ ਔਰ ਬਹੁਤ ਦਾਅਵੇ ਦੇ ਨਾਲ ਕਹਿ ਰਹੇ ਆ ਕਿ ਮੈਂ ਤੁਹਾਡੇ ਮਸਲੇ ਸਾਰੇ ਦੇ ਸਾਰੇ ਹੱਲ ਕਰ ਦੂੰਗਾ। ਉਹਨਾਂ ਤੋਂ ਕੋਈ ਆਸ ਉਮੀਦ ਹੈਗੀ ਆ ਤੁਹਾਨੂੰ? ਅਸੀਂ ਤਾਂ ਆਖਣੇ ਚੰਗੀ ਗੱਲ ਮਸਲੇ ਹੱਲ ਹੋ ਜਾਣਗੇ, ਇਹੋ ਆਸ ਹੀ ਆ ਬਸ ਇਹਨਾਂ ਤੋਂ, ਪਰ ਨਹੀਂ, ਉਹ ਵੀ ਆਸ ਨਹੀਂ ਹੈਗੀ ਇਹਨਾਂ ਕੋਲੋਂ। ਤੁਸੀਂ ਤੁਹਾਡੇ ਪਿੰਡ ਵਾਸੀ, ਜਿਵੇਂ ਇੱਥੇ ਬਹੁਤ ਸਾਰੇ ਲੋਕ ਇਸ ਤਰ੍ਹਾਂ ਦਾ ਦਰਦ ਸਾਂਭੀ ਬੈਠੇ ਆ, ਪਰਿਵਾਰ ਸਦਮੇ ਦੇ ਵਿੱਚ ਉਹਨਾਂ ਦੀਆਂ ਮੌਤਾਂ ਹੋ ਗਈਆਂ, ਕੁਝ ਹੜ੍ਹਾਂ ਦੇ ਵਿੱਚ ਰੁੜ ਗਏ, ਬਹੁਤ ਸਾਰਾ ਕੁਝ ਹੋਇਆ। ਕਦੇ ਕੋਸ਼ਿਸ਼ ਨਹੀਂ ਕੀਤੀ ਜਦੋਂ ਦੇ ਚਰਨਜੀਤ ਸਿੰਘ ਚੰਨੀ ਨੇ ਅਹੁਦਾ ਸੰਭਾਲਿਆ ਵੀ ਉਹਨਾਂ ਤੱਕ ਪਹੁੰਚ ਕਰਕੇ ਆਪਣੀ ਗੱਲ ਰੱਖਣ ਦੀ ਕੋਸ਼ਿਸ਼ ਕੀਤੀ ਜਾਵੇ? ਨਹੀਂ, ਅਜੇ ਤੱਕ ਗਏ ਨਹੀਂ। ਉੱਥੇ ਜਾਈਦਾ, ਦਿੱਲੀ ਧਰਨੇ ਧੁਰਨੇ 'ਤੇ ਜਾਈਦਾ, ਉੱਥੇ ਬਸ ਹੀ ਹੋਰ ਕੋਈ ਤਾਂ ਗੱਲ ਨਹੀਂ ਹੋਈ ਮੈਡਮ ਜੀ। ਠੀਕ ਹੈ। ਹਾਂਜੀ। ਸੋ ਇਹ ਇੱਕ ਐਸਾ ਪਰਿਵਾਰ ਆ ਇਸੇ ਪਿੰਡ ਦਾ ਜਿਨ੍ਹਾਂ ਦਾ ਇਸ ਪਿੰਡ ਦੇ ਵਿੱਚ ਘਰ ਸੀ ਔਰ ਦੱਸ ਰਹੇ ਨੇ ਵੀਰ ਜੀ ਕਿ ਪਿੰਡ ਦੇ ਲੋਕਾਂ ਨੇ ਮਦਦ ਇਹ ਕੀਤੀ ਕਿ ਜਿਹੜੇ ਘਰ ਦੀਆਂ ਢੱਠੀਆਂ ਹੋਈਆਂ ਇੱਟਾਂ ਸੀ ਉਹਨਾਂ ਨੂੰ 3-4 ਵਾਰ ਪਿੱਛੇ ਕਰਨ ਦੀ ਕੋਸ਼ਿਸ਼ ਕੀਤੀ ਕਿ ਪਾਣੀ ਦੇ ਵਿੱਚ ਰੁੜਨ ਨਾ, ਪਰ ਇਹਨਾਂ ਨੇ ਕਿਹਾ ਕਿ ਕੁਝ ਵੀ ਨਹੀਂ ਬਚਿਆ, ਨਾ ਜ਼ਮੀਨ ਬਚੀ, ਨਾ ਘਰ ਬਚਿਆ ਔਰ ਉੱਤੋਂ ਬਾਪ ਨੇ ਇਹਨਾਂ ਦੇ ਨੇ ਫਾਹਾ ਲੈ ਲਿਆ, ਭਰਾ ਸਦਮੇ ਦੇ ਵਿੱਚ ਚਲਾ ਗਿਆ ਤੇ ਇਸ ਵੇਲੇ ਛੋਟੇ ਭਰਾਵਾਂ ਨੂੰ ਤੇ ਮਾਂ ਨੂੰ ਜਿਹੜਾ ਇਹ ਸਾਂਭ ਰਹੇ ਆ ਔਰ ਕਿਸੇ ਦੇ ਘਰ ਦੇ ਵਿੱਚ ਰਹਿ ਰਹੇ ਆ ਔਰ ਉੱਥੇ ਵੀ ਕਿਤੇ ਨਾ ਕਿਤੇ ਇੱਕ ਡਰ ਹੁੰਦਾ ਕਿ ਕਿਸੇ ਨੇ ਅੱਛਾਈ ਦੇ ਤੌਰ ਤੇ ਭਾਵੇਂ ਤੁਹਾਨੂੰ ਆਪਣਾ ਘਰ ਦਿੱਤਾ ਪਰ ਉਹ ਕਿਸੇ ਦਾ ਵਾ, ਤੁਹਾਡੀ ਆਪਣੀ ਛੱਤ ਨਹੀਂ ਆ। ਸੋ ਇਹ ਬਹੁਤ ਵੱਡੇ ਪੰਜਾਬ ਦੇ ਮੁੱਦਿਆਂ ਦੇ ਵਿੱਚੋਂ ਇੱਕ ਬਹੁਤ ਵੱਡਾ ਮੁੱਦਾ ਜਿਹਦੇ ਵੱਲ ਅਸੀਂ ਸਰਕਾਰ ਦਾ ਧਿਆਨ ਜਿਹੜਾ ਦਿਵਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਸਰਕਾਰ ਇਹਨਾਂ ਚੀਜ਼ਾਂ ਦੇ ਵੱਲ ਵੀ ਧਿਆਨ ਦੇਵੇ। ਬਹੁਤ ਸਾਰੇ ਪਰਿਵਾਰ ਆ, ਬੜੇ ਬੱਚਿਆਂ ਦਾ ਭਵਿੱਖ ਜਿਹੜਾ ਦਾਅ ਦੇ ਉੱਤੇ ਲੱਗਿਆ ਹੋਇਆ ਕਿ ਪਰਿਵਾਰ ਇਹ ਨਹੀਂ ਸੋਚ ਪਾ ਰਹੇ ਕਿ ਉਹਨਾਂ ਬੱਚਿਆਂ ਨੂੰ ਪੜ੍ਹਾਈਏ ਜਾਂ ਫਿਰ ਅਸੀਂ ਆਪਣੀਆਂ ਜ਼ਮੀਨਾਂ ਦਾ ਗੁਜ਼ਾਰ ਕਰੀਏ, ਕਿੱਥੇ ਕੁਝ ਉਗਾਈਏ, ਜਿੱਥੋਂ ਕੁਝ ਉਗਾ ਕੇ ਬੀਜ ਕੇ ਅਸੀਂ ਘੱਟੋ ਘੱਟ ਪਸ਼ੂ ਹੀ ਰੱਖ ਲਈਏ ਤੇ ਉਹਨਾਂ ਪਸ਼ੂਆਂ ਨੂੰ ਦੇ ਦੁੱਧ ਤੋਂ ਹੀ ਕੁਝ ਗੁਜ਼ਾਰਾ ਕਰ ਲਈਏ। ਸੋ ਇਹਨਾਂ ਪਰਿਵਾਰਾਂ ਦੇ ਸਾਹਮਣੇ ਆਪਣੀ ਜ਼ਿੰਦਗੀ ਦੇ ਨਿਰਬਾਹ ਨੂੰ ਲੈ ਕੇ ਇੱਕ ਵੱਡਾ ਸਵਾਲੀਆ ਨਿਸ਼ਾਨ ਆ ਔਰ ਉਸ ਸਵਾਲੀਆ ਨਿਸ਼ਾਨ ਦਾ ਜਵਾਬ ਜੇ ਕਿਸੇ ਕੋਲੇ ਹੈਗਾ ਤੇ ਉਹ ਸਰਕਾਰ ਆ। ਸੋ 2 ਸਾਲ ਬੀਤ ਚੁੱਕੇ ਆ, ਤਰਾਸਦੀ ਜਿਹੜੀ 2 ਸਾਲ ਪਹਿਲਾਂ ਬੀਤੀ ਸੀ ਉਹਨੂੰ ਹਜੇ ਵੀ ਜਿਹੜੇ ਆ ਇਹ ਹੜ੍ਹ ਪ੍ਰਭਾਵਿਤ ਇਲਾਕੇ ਦੇ ਵਿੱਚ ਬਹੁਤ ਸਾਰੇ ਪਰਿਵਾਰ, ਬਹੁਤ ਸਾਰੇ ਲੋਕ ਅਜੇ ਵੀ ਚੱਲ ਰਹੇ ਆ, ਉਮੀਦ ਕਰ ਰਹੇ ਆ, ਆਸ ਕਰ ਰਹੇ ਆ ਕਿ ਸਰਕਾਰਾਂ ਬਦਲ ਰਹੀਆਂ, ਪਰ ਜਿਹੜੀਆਂ ਸਰਕਾਰਾਂ ਦਾਅਵੇ ਵੱਡੇ ਕਰ ਰਹੀਆਂ ਨੇ ਕਿ ਅਸੀਂ ਪੰਜਾਬ ਦੇ ਹਾਲਾਤ ਬਿਲਕੁਲ ਬਦਲ ਕੇ ਰੱਖ ਦੇਵਾਂਗੇ, ਚਾਹੇ ਉਹ ਨਵਜੋਤ ਸਿੰਘ ਸਿੱਧੂ ਬਹੁਤ ਗਰਮਜੋਸ਼ੀ ਦੇ ਨਾਲ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਪਰ ਉਹਨਾਂ ਸਾਰਿਆਂ ਦਾ ਧਿਆਨ ਅਸੀਂ ਦਿਵਾਉਣਾ ਚਾਹੁੰਦੇ ਹਾਂ ਇਹਨਾਂ ਪਰਿਵਾਰਾਂ ਦੇ ਨਾਲ ਗੱਲਬਾਤ ਦੇ ਜ਼ਰੀਏ ਕਿ ਇਹ ਵੀ ਇੱਕ ਪੰਜਾਬ ਦੀ ਬਹੁਤ ਵੱਡੀ ਮੁਸ਼ਕਲ ਹੈਗੀ ਆ ਜਿਹਨੂੰ ਹੱਲ ਕਰਨਾ ਬਣਦਾ ਔਰ ਇਹਨਾਂ ਪਰਿਵਾਰਾਂ ਨਾਲ ਜੁੜੇ ਹੋਏ ਛੋਟੇ ਬੱਚਿਆਂ ਦਾ, ਬਹੁਤ ਸਾਰੇ ਬੱਚਿਆਂ ਦਾ ਭਵਿੱਖ ਜਿਹੜਾ ਅਜੇ ਵੀ ਦਾਅ 'ਤੇ ਲੱਗਾ ਹੋਇਆ। ਇਸ ਤਰ੍ਹਾਂ ਦੀਆਂ ਹੋਰ ਅਪਡੇਟਸ ਦੇ ਲਈ ਜੁੜੇ ਰਹੋ ਔਨ ਏਅਰ ਦੇ ਨਾਲ। ਫਿਲਹਾਲ ਦਿਓ ਇਜਾਜ਼ਤ। ਮੈਂ ਰਮਨਪੁਰ ਕੈਮਰਾਮੈਨ ਯਾਦਵਿੰਦਰ ਸਿੰਘ ਦੇ ਨਾਲ। ਸ਼ੁਕਰੀਆ।